ਜਦੋਂ ਬੱਚਿਆਂ ਦੇ ਮਨ ਦੇ ਅੰਦਰ ਉਹ ਮੈਥ ਦਾ ਫੋਬੀਆ ਖਤਮ ਹੋ ਜਾਂਦਾ ਹੈ ਤੇ ਉਹ ਸਬਜੈਕਟ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਆ। ਤੁਸੀਂ ਇੱਕ ਡਾਕਟਰ ਕੋਲ ਜਾਓਗੇ ਤਾਂ ਦਵਾਈ ਲਿਖ ਕੇ ਦੇਗਾ, ਕੋਈ ਹੋਰ ਡਾਕਟਰ ਕੋਲ ਜਾਓਗੇ ਕੋਈ ਪ੍ਰਿਸਕ੍ਰਿਪਸ਼ਨ ਹੋਰ ਦੇ ਦੇਗਾ। ਤਾਂ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹਰ ਪਰਸਨੈਲਿਟੀ, ਹਰ ਟੀਚਰ ਵੀ ਯੂਨੀਕ ਹੈ। ਇੱਕ ਹੁੰਦਾ ਕਿ ਨਾਰਮਲ ਅਸੀਂ ਇੱਕ ਥਿਓਰਮ ਗਏ ਬੋਰਡ ਤੇ ਲਿਖਤੀ, ਫਾਰਮੂਲਾ ਲਿਖਤਾ ਤੇ ਬੱਚੇ ਨੂੰ ਕਹਤਾ ਲਰਨ ਕਰ ਲਓ। ਉਹ ਬੱਚੇ ਨੂੰ ਇੱਕ ਦਿਨ ਲਰਨ ਰਹੇਗੀ, ਦੂਜੇ ਦਿਨ ਲਰਨ ਰਹੇਗੀ, ਹਫਤੇ ਬਾਅਦ ਉਹ ਭੁੱਲ ਜਾਏਗਾ, ਹਫਤਾ ਯਾਦ ਨਹੀਂ ਤਾਂ 10 ਦਿਨ ਬਾਅਦ ਭੁੱਲ ਜਾਏਗਾ। ਤੇ ਬੱਚਾ ਜਦੋਂ ਐਕਟੀਵਿਟੀ ਖੁਦ ਕਰਕੇ ਦੇਖਦਾ ਹੈ ਤਾਂ ਫਿਰ ਉਹਨੂੰ ਇਹ ਪ੍ਰੋਪਰਟੀ ਲਰਨ ਕਰਨੀ ਮੁਸ਼ਕਿਲ ਨਹੀਂ ਲੱਗਦੀ। ਮੈਨੂੰ ਰੀਸੈਂਟਲੀ 2022 ਵਿੱਚ ਸਟੇਟ ਅਵਾਰਡ ਮਿਲਿਆ ਆਪਣੇ ਪੰਜਾਬ ਦੇ ਸੀਐਮ ਮਿਸਟਰ ਭਗਵੰਤ ਮਾਨ ਜੀ ਤੇ ਐਜੂਕੇਸ਼ਨ ਮਿਨਿਸਟਰ ਸ਼੍ਰੀ ਹਰਜੋਤ ਸਿੰਘ ਬੈਂਸ ਵੱਲੋਂ। ਤੇ 6th ਜਾਂ 7th ਕਲਾਸ 'ਚ ਵੀ ਤੁਸੀਂ ਬੱਚਿਆਂ ਨੂੰ ਪੁੱਛੋ ਕਿ ਇਹ ਕਿਹੜੀ ਸ਼ੇਪ ਹੈ ਤਾਂ ਬੱਚੇ ਨਾਰਮਲੀ ਕਹਿ ਦੇਣਗੇ ਟਰਾਇੰਗਲ। ਜੇ ਤੁਸੀਂ ਕਿਊਬ ਦਿਖਾ ਦੋਗੇ ਉਹਨਾਂ ਨੂੰ ਤੇ ਉਹ ਕਹਿ ਦੇਣਗੇ ਸਕੁਅਰ। ਮੈਂ ਸਿਰਫ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਕਦੇ ਵੀ ਮੈਥਸ ਨੂੰ ਰੱਟਾ ਮਾਰ ਕੇ ਨਹੀਂ ਕਰਨਾ। ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼। ਮੈਂ ਹਾਂ ਤੁਹਾਡੇ ਨਾਲ ਮੁਸਕਾਨ। ਇਹ ਵੀਡੀਓ ਹੈ ਜਿਹੜੀ ਅੱਜ ਦੀ ਹੈ, ਇਹ ਬੱਚਿਆਂ ਲਈ ਸਪੈਸ਼ਲ ਹੋਣ ਜਾ ਰਹੀ ਹੈ ਕਿਉਂਕਿ ਬੱਚੇ ਆ ਨਾ ਜਿਹੜੇ, ਉਹ ਮੈਥਸ, ਸਾਇੰਸ, SST ਵਰਗੇ ਸਬਜੈਕਟਸ ਤੋਂ ਬਹੁਤ ਡਰਦੇ ਹੈ। ਜੇ ਉਸੇ ਸਬਜੈਕਟਸ ਨੂੰ, ਉਹਨਾਂ ਸਬਜੈਕਟਸ ਨੂੰ ਕੋਈ ਮੈਥਸ ਦੇ ਮਾਹਿਰ ਕਹਿ ਲਓ ਜਾਂ ਸਾਇੰਸ ਦੇ ਮਾਹਿਰ ਕਹਿ ਲਓ, ਉਹ ਈਜ਼ੀ ਕਰ ਦੇਣ, ਗੁਰੂ ਜੇ ਉਸ ਚੀਜ਼ ਨੂੰ ਈਜ਼ੀ ਕਰ ਦੇਵੇ ਤਾਂ ਬੱਚਿਆਂ ਲਈ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ। ਅੱਜ ਦੀ ਜਿਹੜੀ ਸਟੋਰੀ ਹੈ ਮਿਸਿਸ ਰੁਮਾਨੀ ਮੈਮ ਦੇ ਨਾਲ ਕਰਨ ਜਾ ਰਹੇ ਹਾਂ। ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਜਾਣਾਂਗੇ ਇਹਨਾਂ ਨੇ ਕਿਸ ਤਰ੍ਹਾਂ ਮੈਥਸ ਨੂੰ ਈਜ਼ੀ ਕਰਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੁਸਕਾਨ। ਕਿਵੇਂ ਹੋ? ਬਹੁਤ ਵਧੀਆ ਜੀ। ਮੈਮ ਕਿਸ ਤਰ੍ਹਾਂ ਤੁਹਾਡੇ ਮਾਈਂਡ 'ਚ ਆਇਆ ਕਿ ਮੈਥਸ ਨੂੰ ਇੰਨਾ ਈਜ਼ੀ ਕਰ ਦਈਏ ਕਿ ਬੱਚੇ ਟਿਪਸ 'ਤੇ ਕਰਨ ਲੱਗ ਜਾਣ? ਬਸ ਬੱਚਿਆਂ ਨੂੰ ਮੈਥਸ ਦੇ ਨਾਲ ਪਿਆਰ ਕਰਾਉਣਾ ਸ਼ੁਰੂ ਕਰਤਾ। ਜਦੋਂ ਬੱਚਿਆਂ ਦੇ ਮਨ ਦੇ ਅੰਦਰ ਉਹ ਮੈਥ ਦਾ ਫੋਬੀਆ ਖਤਮ ਹੋ ਜਾਂਦਾ ਹੈ ਤੇ ਉਹ ਸਬਜੈਕਟ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੈ ਤੇ ਉਹਨਾਂ ਦਾ ਇੰਟਰਸਟ ਆਪੇ ਡਿਵੈਲਪ ਹੋ ਜਾਂਦਾ ਹੈ ਤੇ ਉਹ ਮੈਥਸ ਤੋਂ ਭੱਜਦੇ ਨਹੀਂ ਹੈ ਤੇ ਰਾਦਰ ਉਹਨੂੰ ਹੋਰ ਇੰਟਰਸਟਿੰਗ ਵੇ ਨਾਲ ਕਰਕੇ ਉਹਨੂੰ ਸਮਝ ਕੇ ਵਧੀਆ ਸਕੋਰ ਕਰਦੇ ਆ। ਜਿਵੇਂ ਤੁਸੀਂ 1st ਤੋਂ ਲੈ ਕੇ 10th ਤੱਕ ਤਾਂ ਬੱਚਿਆਂ ਨੂੰ ਕਰਨਾ ਹੀ ਪੈਂਦਾ ਮੈਥਸ, ਐਨੀ ਹਾਓ ਕਰਨਾ ਹੀ ਕਰਨਾ ਹੈ। ਤੁਸੀਂ ਇੰਨਾ ਈਜ਼ੀ ਕਰਤਾ ਹੈ ਨਾ ਹਰ ਇੱਕ ਚੀਜ਼ ਨੂੰ, ਜਿਵੇਂ ਵਿਜ਼ੂਅਲਾਈਜੇਸ਼ਨ ਨਾਲ ਲੈ ਕੇ ਆ ਗਏ ਬੱਚਿਆਂ ਨੂੰ, ਇੱਕ ਕਨਸੈਪਟ ਕਲੀਅਰ ਕਰਾਤਾ ਇੰਨੇ ਈਜ਼ੀ ਤਰੀਕੇ ਦੇ ਨਾਲ। ਕਿੰਨੀ ਕੁ ਖੁਸ਼ੀ ਹੁੰਦੀ ਹੈ? ਮੈਨੂੰ ਇੱਕ ਬਹੁਤ ਵਧੀਆ ਸੈਟਿਸਫੈਕਸ਼ਨ ਲੈਵਲ ਮਿਲਦਾ ਹੈ, ਮੈਨੂੰ ਇੱਕ ਇਨਰ ਪੀਸ ਮਿਲਦਾ ਹੈ ਕਿ ਹਾਂ ਜਿਹੜਾ ਮੈਂ ਬੱਚਿਆਂ ਤੱਕ ਪਹੁੰਚਾ ਰਹੀ ਹਾਂ, ਉਹਨਾਂ ਨੂੰ ਸਮਝਾ ਰਹੀ ਹਾਂ, ਉਹਨਾਂ ਨੂੰ ਸਮਝ ਆ ਰਿਹਾ ਤੇ ਉਹ ਬਹੁਤ ਵਧੀਆ ਰਿਸਪੌਂਡ ਕਰ ਰਹੇ ਆ। ਦੇਖੋ ਜਿਸ ਤਰ੍ਹਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਪੇਰੈਂਟਸ ਨੂੰ ਵੀ ਓਨੀ ਖੁਸ਼ੀ ਮਿਲਦੀ ਹੈ ਕਿ ਟੀਚਰ ਹੀ ਹੈ ਜਿਹੜੀ ਉਹ ਦੂਸਰਾ ਰੱਬ ਦਾ ਰੂਪ ਆ ਗਈ ਨਾ ਸਾਡੇ ਬੱਚਿਆਂ ਦੇ ਕੋਲ। ਇੱਕ ਨਾਲੇ ਇੱਕ ਮੈਥਸ ਵਰਗਾ ਸਬਜੈਕਟ ਜਿਹੜੇ ਬੱਚੇ ਨੂੰ ਨਹੀਂ ਸਮਝ ਆਉਂਦਾ, ਜੇ ਤੁਸੀਂ ਉਹਨੂੰ ਮੈਥਸ ਵਿਜ਼ੂਅਲਾਈਜ਼ ਕਰਾਤਾ, ਮਤਲਬ ਕਿ ਇੱਕ ਪਿਕਚਰ ਉਹਦੀ ਦਿਖਾ ਕੇ ਉਹਨੂੰ ਇੱਕ ਹੁੰਦਾ ਕਿ ਨਾਰਮਲ ਅਸੀਂ ਇੱਕ ਥਿਓਰਮ ਗਏ ਬੋਰਡ ਤੇ ਲਿਖਤੀ, ਫਾਰਮੂਲਾ ਲਿਖਤਾ ਤੇ ਬੱਚੇ ਨੂੰ ਕਹਤਾ ਲਰਨ ਕਰ ਲਓ। ਉਹ ਬੱਚੇ ਨੂੰ ਇੱਕ ਦਿਨ ਲਰਨ ਰਹੇਗੀ, ਦੂਜੇ ਦਿਨ ਲਰਨ ਰਹੇਗੀ, ਹਫਤੇ ਬਾਅਦ ਉਹ ਭੁੱਲ ਜਾਏਗਾ, ਹਫਤਾ ਯਾਦ ਨਹੀਂ ਤਾਂ 10 ਦਿਨ ਬਾਅਦ ਭੁੱਲ ਜਾਏਗਾ। ਪਰ ਜੇ ਅਸੀਂ ਉਹਨੂੰ ਉਹੀ ਫਾਰਮੂਲਾ ਡਿਰਾਈਵ ਕਰਕੇ ਸਿਖਾਇਆ ਤਾਂ ਉਹ ਲਾਈਫ ਟਾਈਮ, ਮੈਨੂੰ ਲੱਗਦਾ ਉਹ ਫਾਰਮੂਲਾ ਕਦੇ ਭੁੱਲੇਗਾ ਨਹੀਂ। ਸਿਰਫ ਇਹ ਨਹੀਂ ਹੈ ਕਿ ਉਹ 10th ਤੱਕ ਜਦ ਤੱਕ ਮੈਥਸ ਕਰੇਗਾ ਤਦ ਤੱਕ ਹੀ ਉਹਨੂੰ ਯਾਦ ਰਹੇਗਾ, ਉਹ ਲਾਈਫ ਟਾਈਮ ਉਹ ਫਾਰਮੂਲਾ ਭੁੱਲੇਗਾ ਨਹੀਂ ਜੇ ਉਹਨੇ ਫਾਰਮੂਲਾ ਉਹ ਆਪ ਬਣਾਇਆ। ਜੇ ਅਸੀਂ ਸਿਰਫ ਫਾਰਮੂਲਾ ਲਿਖਤਾ ਕਿ ਕਿਊਬੋਇਡ ਦੀ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ ਹੈ 2 × ਲੈਂਥ ਬ੍ਰੈਡ ਪਲੱਸ ਬ੍ਰੈਡ ਹਾਈਟ ਪਲੱਸ ਲੈਂਥ ਐਜ, ਇੱਦਾਂ ਕਿਸੇ ਨੂੰ ਵੀ ਯਾਦ ਨਹੀਂ ਰਹੇਗਾ। ਇਹੀ ਜੇ ਫਾਰਮੂਲਾ ਮੈਂ ਉਹਨੂੰ ਬਣਾਉਣਾ ਸਿਖਾਤਾ ਕਿ ਇਹ ਬਣਿਆ ਕਿੱਦਾਂ ਫਾਰਮੂਲਾ, ਤੇ ਉਹ ਬੱਚੇ ਵਾਸਤੇ ਕੰਪੈਰੇਟਿਵਲੀ ਈਜ਼ੀ ਹੋ ਜਾਂਦਾ ਹੈ। ਜਦੋਂ ਮੈਂ ਵੀ ਪੜ੍ਹਦੀ ਹੁੰਦੀ ਸੀ ਨਾ, ਮੈਨੂੰ ਇਹੀ ਲੱਗਦਾ ਸੀ ਕਿ ਯਾਰ ਇਹਦੀ ਹਾਈਟ ਕੀ ਹੈ, ਇਹਦੀ ਲੈਂਥ ਕੀ ਹੈ, ਇਸੀ ਚੀਜ਼ਾਂ 'ਚ ਅਸੀਂ ਬਹੁਤ ਕਨਫਿਊਜ਼ ਹੋ ਜਾਂਦੇ ਸੀ। ਪਰ ਤੁਸੀਂ ਉਹ ਬੱਚਿਆਂ ਲਈ ਬਹੁਤ ਈਜ਼ੀ ਕਰਤਾ। ਹਾਂਜੀ, ਅਗਰ ਮੈਂ ਗੱਲ ਕਰਾਂ ਕੈਲਕੂਲੇਸ਼ਨ ਦੀ, ਤੁਸੀਂ ਤੁਹਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟਸ ਨੇ ਜਿਨ੍ਹਾਂ ਨਾਲ ਤੁਸੀਂ ਈਜ਼ੀ ਕਰਤਾ ਵੇ। ਤੁਸੀਂ ਮੇਰੇ ਵਿਊਅਰਸ ਨੂੰ ਸ਼ੋਅ ਕਰੋ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ ਆਪਾਂ। ਹੁਣ ਜਿੱਦਾਂ 10th ਵਿੱਚ ਅਸੀਂ ਮੇਨ, ਵੈਸੇ 10th ਸਾਰੇ ਕਲਾਸ 8 ਤੋਂ ਸ਼ੁਰੂ ਹੋ ਜਾਂਦਾ ਹੈ, ਅਸੀਂ ਬੱਚਿਆਂ ਨੂੰ ਕਰਾਉਂਦੇ ਹਾਂ ਪਾਈ ਚਾਰਟ। ਤੇ ਉਹਦੇ 'ਚ ਬੱਚਿਆਂ ਨੂੰ ਸਪੋਜ਼ ਇਹੀ ਕੁਐਸਚਨ ਆਉਂਦਾ ਹੈ ਕਿ ਤੁਹਾਡਾ ਫੇਵਰੇਟ ਕਲਰ ਦਾ ਕੁਐਸਚਨ ਆ ਜਾਂਦਾ ਹੈ ਤੇ ਬੱਚੇ ਕਹਿੰਦੇ ਹੈ, ਕੋਈ ਬਲੂ ਕਹਿੰਦਾ ਹੈ, ਕੋਈ ਰੈੱਡ ਕਹਿੰਦਾ ਹੈ, ਕੋਈ ਔਰੇਂਜ ਕਹਿੰਦਾ ਹੈ, ਤੇ ਉਸ ਇਨਫੋਰਮੇਸ਼ਨ ਨੂੰ ਸਟੈਟਿਸਟਿਕਸ ਚੈਪਟਰ ਵਿੱਚ ਅਸੀਂ ਪਾਈ ਚਾਰਟ 'ਚ ਰਿਪਰੈਜ਼ੈਂਟ ਕਰਨਾ ਹੁੰਦਾ ਹੈ ਤੇ ਹਰ ਇੱਕ ਪੋਰਸ਼ਨ ਦਾ ਕੋਈ ਸੈਂਟਰਲ ਐਂਗਲ ਬਣਾਉਣਾ ਹੁੰਦਾ ਹੈ। ਤੇ ਹੁਣ ਇਹਦਾ ਅਸੀਂ ਵਰਕਿੰਗ ਮਾਡਲ ਬਣਾਤਾ ਹੈ। ਦੇਖੋ ਇਹ ਡੀ ਰੋਟੇਟਿੰਗ ਹੈ, ਇਹਨੂੰ ਅਸੀਂ ਰੋਟੇਟ ਕਰਕੇ ਆਪਣਾ ਐਂਗਲ ਸੈੱਟ ਕਰ ਸਕਦੇ ਹਾਂ। ਸਪੋਜ਼ ਬਲੂ ਵਾਸਤੇ ਜਿਹੜਾ ਸਾਡਾ ਸੈਂਟਰਲ ਐਂਗਲ ਬਣਿਆ 160 ਬਣਿਆ ਤੇ
160 मतलब 160 ਕੰਪਲੀਟ ਐਂਗਲ ਆ ਗਿਆ ਆਪਣਾ 360, ਠੀਕ ਹੈ। ਤੇ ਟੋਟਲ ਸਪੋਜ਼ 180 ਬੱਚੇ ਹੈ ਤੇ 160 ਡਿਵਾਈਡਡ ਬਾਈ 360 ਮਲਟੀਪਲਾਈ ਬਾਈ 180, ਮਤਲਬ ਕਿ ਜਦੋਂ ਬੱਚੇ ਨੇ ਉਹੀ ਇਨਫੋਰਮੇਸ਼ਨ ਪਾਏ ਚਾਰਟ ਤੇ ਰਿਪਰੈਜ਼ੈਂਟ ਕਰਨੀ ਹੈ ਤੇ ਉਹਨੂੰ ਇਹ ਵਾਲਾ ਸੈਂਟਰਲ ਐਂਗਲ ਰੀਡ ਕਰਨਾ ਆਉਣਾ ਚਾਹੀਦਾ ਹੈ। ਤੇ ਇੱਥੋਂ 0 ਤੋਂ ਸ਼ੁਰੂ ਹੋ ਰਿਹਾ, 0 ਤੋਂ ਲੈ ਕੇ ਬਲੂ ਵਾਲਾ ਕਿੰਨਾ ਰਿਪਰੈਜ਼ੈਂਟ ਕਰ ਰਿਹਾ 160। ਤੇ ਹੁਣ ਜਦੋਂ ਅਸੀਂ ਰੈੱਡ ਦੀ ਗੱਲ ਕਰੀਏ ਤੇ ਰੈੱਡ ਵਾਲਾ ਕਿੰਨਾ ਰਿਪਰੈਜ਼ੈਂਟ ਕਰ ਰਿਹਾ 0 ਤੋਂ ਲੈ ਕੇ 40, ਔਰੇਂਜ ਵਾਲਾ 0 ਤੋਂ ਲੈ ਕੇ ਮੈਂ 60 ਤੇ ਸੈੱਟ ਕੀਤਾ। ਇਹ ਸਾਰੇ ਰੋਟੇਟਿੰਗ ਹੈ, ਇਹ ਦੇਖੋ ਇਹਨੂੰ ਮੈਂ ਰੋਟੇਟ ਕਰ ਸਕਦੀ ਹਾਂ ਤੇ ਇਹ ਰੋਟੇਟ ਕਰਕੇ ਮੈਂ ਜਿੰਨਾ ਮਰਜ਼ੀ ਇੰਨਾ ਐਂਗਲ ਸੈੱਟ ਕਰ ਸਕਦੀ ਹਾਂ। ਤੇ ਜਦੋਂ ਇਹ ਬੱਚੇ ਨੇ ਵਿਜ਼ੂਅਲਾਈਜ਼ ਕਰਕੇ ਇਹ ਐਕਟੀਵਿਟੀ ਉਹਨੇ ਆਪ ਕਰਕੇ ਦੇਖ ਲਈ, ਇਹ ਰੋਟੇਟ ਹੋ ਰਿਹਾ ਦੇਖੋ। ਤੇ ਪਿੰਕ ਦਾ ਕਿੰਨਾ ਐਂਗਲ ਸੈੱਟ ਕਰਨਾ ਹੈ, ਰੈੱਡ ਦਾ ਕਿੰਨਾ ਐਂਗਲ ਸੈੱਟ ਕਰਨਾ ਹੈ, ਔਰੇਂਜ ਦਾ ਕਿੰਨਾ ਕਰਨਾ ਹੈ। ਤੇ ਉਹ ਬੱਚਾ ਜਦੋਂ ਇਹ ਚੀਜ਼ ਵਿਜ਼ੂਅਲਾਈਜ਼ ਕਰਕੇ ਆਪ ਐਕਟੀਵਿਟੀ ਕਰਕੇ ਦੇਖਦਾ ਹੈ ਤਾਂ ਉਹ ਜ਼ਿਆਦਾ ਜਲਦੀ ਗ੍ਰੈਸਪ ਕਰਦਾ। ਉਸੇ ਤਰ੍ਹਾਂ ਸਾਡੇ ਕੋਲ ਇੱਕ ਇਹ ਵਾਲੀ ਐਕਟੀਵਿਟੀ ਹੁੰਦੀ ਹੈ ਜਿੰਦੇ 'ਚ ਅਸੀਂ ਪ੍ਰੂਵ ਕਰਦੇ ਹਾਂ ਕਿ ਜੇ ਇੱਕ ਸਰਕਲ ਹੈ ਤੁਹਾਡੇ ਕੋਲ, ਇਹ ਦੇਖੋ ਹੁਣ ਸਰਕਲ ਮੂਵਿੰਗ ਬਣਾਇਆ, ਇਹ ਸਰਕਲ ਇੱਦਾਂ ਮੂਵ ਕਰ ਰਿਹਾ ਕਿ ਅਸੀਂ ਇੱਕ ਬਾਰ ਬਿੰਦੂ ਬਣਾਇਆ, ਕੋਈ P ਪੁਆਇੰਟ ਹੈ ਤੇ ਉਹਦੇ ਤੋਂ ਅਸੀਂ ਜੇ 2 ਟੈਂਜੈਂਟਸ ਖਿੱਚੀਏ ਤਾਂ ਉਹਨਾਂ ਦੋਨਾਂ ਟੈਂਜੈਂਟਸ ਦੀ ਜਿਹੜੀ ਲੰਬਾਈ ਹੁੰਦੀ ਹੈ, ਲੈਂਥ, ਉਹ ਬਰਾਬਰ ਹੁੰਦੀ ਹੈ। ਹੁਣ ਮੈਂ 2 ਸਕੇਲ ਲਗਾ ਦੇ ਇਹ ਟਰਾਂਸਪੇਰੈਂਸੀ ਦੇ ਨਾਲ, ਹੁਣ ਮੈਂ ਸਰਕਲ ਨੂੰ ਜਿਹੜੇ ਮਰਜ਼ੀ ਪੁਆਇੰਟ ਤੇ ਸੈੱਟ ਕਰ ਲਾਂ, ਮੈਂ ਬੱਚਿਆਂ ਨੂੰ ਮੂਵ ਕਰਕੇ ਦਿਖਾ ਸਕਦੀ ਹਾਂ। ਇਹ ਨਹੀਂ ਹੈ ਕਿ ਇਹ ਸਟੈਟਿਕ ਹੈ, ਇਹ ਡਾਇਨਾਮਿਕ ਹੈ, ਮੂਵਿੰਗ ਹੈ। ਤੇ ਹੁਣ ਜਦੋਂ ਮੈਂ ਇੱਥੇ ਸਕੇਲ ਰੱਖਿਆ ਤੇ ਇਹ ਦੇਖੋ ਜਿਹੜੇ ਪੁਆਇੰਟ ਤੇ ਟੱਚ ਕਰ ਰਿਹਾ 14 ਸੈਂਟੀਮੀਟਰ ਤੇ ਹੁਣ ਮੈਂ ਦੂਜਾ ਸਕੇਲ ਦੂਜੇ ਪੁਆਇੰਟ ਤੇ ਰੱਖਿਆ, ਇਹ ਵੀ ਕਿੰਨੇ ਤੇ ਕਰ ਰਿਹਾ 14 ਤੇ। ਤੇ ਦੋਨੋਂ ਇਹ ਅਸੀਂ ਬੱਚੇ ਨੂੰ ਪ੍ਰੋਪਰਟੀ ਇਹਦੇ ਨਾਲ ਪ੍ਰੂਵ ਕਰਕੇ ਦਿਖਾ ਸਕਦੇ ਹਾਂ ਕਿ ਇੱਕ ਸਰਕਲ ਦੇ ਬਾਹਰ ਬਿੰਦੂ ਤੋਂ ਜਦੋਂ ਅਸੀਂ 2 ਟੈਂਜੈਂਟਸ ਖਿੱਚਦੇ ਹਾਂ ਤੇ ਉਹਨਾਂ ਦੋਨਾਂ ਟੈਂਜੈਂਟਸ ਦੀ ਲੰਬਾਈ ਕੀ ਹੁੰਦੀ ਹੈ, ਸੇਮ। ਤੇ ਹੁਣ ਮੈਂ ਸਰਕਲ ਨੂੰ ਬੱਚੇ ਨੂੰ ਕਿਸੇ ਹੋਰ ਪੁਆਇੰਟ ਤੇ ਮੂਵ ਕਰਕੇ ਦਿਖਾਤਾ, ਮੈਂ ਇੱਥੇ ਕਰਤਾ। ਹੁਣ ਮੈਂ ਟੈਂਜੈਂਟਸ ਦੇ ਉੱਤੇ ਸਕੇਲ ਰੱਖਾਂਗੀ ਤਾਂ ਹੁਣ ਵੀ ਕਿੰਨੀ ਆ ਰਹੀ ਹੈ 10 ਤੇ 10, ਦੋਨੋਂ ਪੁਆਇੰਟਸ ਤੇ ਕੀ ਆਏਗੀ, ਬਰਾਬਰ ਆਏਗੀ। ਤੇ ਬੱਚਾ ਜਦੋਂ ਐਕਟੀਵਿਟੀ ਖੁਦ ਕਰਕੇ ਦੇਖਦਾ ਹੈ ਤਾਂ ਫਿਰ ਉਹਨੂੰ ਇਹ ਪ੍ਰੋਪਰਟੀ ਲਰਨ ਕਰਨੀ ਮੁਸ਼ਕਿਲ ਨਹੀਂ ਲੱਗਦੀ। ਟੈਂਜੈਂਟਸ ਡਰਾਨ ਫਰੋਮ ਐਨ ਐਕਸਟਰਨਲ ਬਾਹਰਲਾ ਬਿੰਦੂ ਟੂ ਅ ਸਰਕਲ ਆਰ ਇਕੁਅਲ ਇਨ ਲੈਂਥ। ਜਦੋਂ ਬੱਚੇ ਨੇ ਖੁਦ ਕਰਕੇ ਦੇਖ ਲਿਆ ਤਾਂ ਉਹਨੂੰ ਕਨਸੈਪਟ ਯਾਦ ਹੋ ਜਾਂਦਾ ਹੈ ਤੇ ਉਹਨੂੰ ਸਮਝਾਉਣ ਦੀ ਜਾਂ ਕੁਝ ਰੱਟਾ ਮਾਰਨ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਉਹਨੂੰ ਯਾਦ ਹੋ ਜਾਂਦੀ ਹੈ ਤੇ ਉਹ ਆਪਣੇ ਸ਼ਬਦਾਂ 'ਚ ਇਹਨੂੰ ਪੇਪਰ 'ਚ ਲਿਖ ਸਕਦਾ। ਹਾਂਜੀ, ਅਗਰ ਮੈਂ ਗੱਲ ਕਰਾਂ ਟੇਬਲਸ ਦੀ, ਬੱਚੇ 20 ਤੱਕ ਟੇਬਲਸ ਈਜ਼ੀਲੀ ਕਰ ਲੈਂਦੇ ਆ ਨਾ, ਉਦੋਂ ਬਾਅਦ ਉਹਨਾਂ ਨੂੰ ਕਾਫੀ ਟਫ ਹੋਣਾ। ਹੁਣ ਇਹ ਅੱਗੇ ਕਿਵੇਂ ਕਰਾਂਗੇ ਉਹ ਮਲਟੀਪਲਾਈ ਖੁਦ ਹੀ ਸਾਈਡ ਤੇ ਕਰਨ ਲੱਗ ਜਾਂਦੇ ਆ ਨਾ। ਤੁਸੀਂ ਉਹਦੇ ਵੀ ਬਹੁਤ ਸਾਰੇ ਜਿਹੜੇ ਟੈਕਨੀਕਸ ਹੈਗੇ ਤੁਹਾਡੇ ਕੋਲ, ਹਾਂਜੀ, ਉਹ ਵੀ ਵਿਊਅਰਸ ਨੂੰ ਦਿਖਾਓ। ਬੱਚਿਆਂ ਨੂੰ ਜਿਹੜਾ ਤੁਸੀਂ ਇੰਨਾ ਈਜ਼ੀ ਵੇ ਲੈ ਕੇ ਆਏ ਨਾ, ਪਹਿਲਾਂ ਤਾਂ ਮੈਨੂੰ ਵੀ ਜਦੋਂ ਮੈਂ ਤੁਹਾਡੇ ਬਾਰੇ ਸੁਣਿਆ ਜਾਂ ਮੈਨੂੰ ਪਤਾ ਲੱਗਿਆ, ਮੈਨੂੰ ਬੜਾ ਅੱਛਾ ਲੱਗਿਆ ਕਿ ਸਾਡੇ ਟਾਈਮ ਤੇ ਇਦਾਂ ਦਾ ਕੋਈ ਕਿਉਂ ਨਹੀਂ ਸੀ ਕਿ ਸਾਨੂੰ ਵੀ ਈਜ਼ੀ ਵੇ 'ਚ ਮਿਲਦਾ। ਅਸੀਂ ਤਾਂ ਮੈਥਸ ਨੂੰ ਫੋਬੀਆ ਸਮਝਦੇ ਸੀ ਕਿ ਇਹ ਹੋਏਗਾ ਹੀ ਨਹੀਂ 10th ਤੱਕ ਬੱਚੇ ਬੜੀ ਮੁਸ਼ਕਿਲ ਨਾਲ ਕਲੀਅਰ ਕਰਦੇ ਆ ਮੈਨੂੰ ਲੱਗਦਾ। ਬਟ ਜਿਹੜਾ ਤੁਸੀਂ ਇਹ ਸਭ ਚੀਜ਼ਾਂ ਬਣਾਈਆਂ, ਮੈਂ ਤਾਂ ਤੁਹਾਡੇ ਲਈ ਸੈਲੂਟ ਕਰੂੰਗੀ ਕਿ ਮਨ 'ਚ ਕਿਵੇਂ ਆਇਆ, ਇੰਨੀ ਮਿਹਨਤ ਤੁਸੀਂ ਕਿਸ ਤਰ੍ਹਾਂ ਕੀਤੀ। ਮੈਂ ਅੱਜ ਵੀ ਜਿਹੜੇ ਸਾਡੇ ਇੱਕ ਟੀਚਰ ਹੈਗੇ ਰੇਖਾ ਮੈਮ, ਉਹਨਾਂ ਨੂੰ ਮੈਂ ਆਪਣਾ ਨੋਰਮਲੀ ਰੋਲ ਮਾਡਲ ਕਹਿੰਦੀ ਹਾਂ। ਜਦੋਂ ਅਸੀਂ ਜੌਬ 'ਚ ਨਵੇਂ ਆਏ ਸੀ 2011 'ਚ, ਮੇਰੀ ਸਾਰੀ ਐਕਚੁਅਲੀ ਫੈਮਿਲੀ ਜਿਹੜੀ ਸੀਗੀ ਬਿਜ਼ਨਸ ਕਲਾਸ ਸੀਗੀ, ਤਾਂ ਕੋਈ ਇੰਨਾ ਜੌਬ 'ਚ ਨਹੀਂ ਸੀਗਾ। ਤੇ ਜਦੋਂ ਮੈਂ ਜੌਬ 'ਚ ਆਈ, ਲੱਕੀਲੀ ਬਿਕੋਜ਼ ਆਫ ਮਾਈ ਮਦਰ, ਉਹਨਾਂ ਨੇ ਮੈਨੂੰ ਫੋਰਸ ਕੀਤਾ ਕਿ ਨਹੀਂ, ਕਿਉਂਕਿ ਉਹ ਆਪ ਹਾਊਸ ਵਾਈਫ ਸੀ, ਉਹਨਾਂ ਨੂੰ ਬੜਾ ਸ਼ੌਂਕ ਸੀ ਕਿ ਮੇਰੇ ਬੱਚੇ ਅੱਗੇ ਜਾ ਕੇ ਜੌਬ ਕਰਨ। ਤੇ ਜਦੋਂ ਮੈਂ ਆਪਣੀ ਜੌਬ ਸ਼ੁਰੂ ਕੀਤੀ ਤੇ ਸਾਡੀ ਇੰਡਕਸ਼ਨ ਟ੍ਰੇਨਿੰਗਸ ਲੱਗਦੀਆਂ ਸੀ ਤੇ ਉੱਥੇ ਇੱਕ ਟੀਚਰ ਸੀਗੇ ਰੇਖਾ ਮੈਮ, ਤੇ ਉਹਨਾਂ ਨੇ ਆਪਣੀ ਇੱਦਾਂ ਦੀ ਫਾਈਲਸ ਬਣਾਈਆਂ ਹੋਈਆਂ ਸੀ ਜਿੱਦਾਂ ਮੈਥਸ ਦੀ ਜਿਹੜੀ ਪ੍ਰੋਪਰਟੀ ਸੀ। ਤੇ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਇਨਸਪੀਰੇਸ਼ਨ, ਤੇ ਮੈਨੂੰ ਅੱਜ ਵੀ ਲੱਗਦਾ ਕਿ ਉਹ ਮੇਰੇ ਰੋਲ ਮਾਡਲ ਸੀ ਕਿ ਉਹਨਾਂ ਤੋਂ ਦੇਖ ਕੇ ਮੈਨੂੰ ਉਹ ਆਈਡੀਆ ਕਲਿੱਕ ਕੀਤਾ ਕਿ ਮੈਂ ਵੀ ਇੱਦਾਂ ਹੀ ਮੈਥਸ ਦੇ ਜਿੰਨੀਆਂ ਵੀ ਪ੍ਰੋਪਰਟੀਜ਼ ਨੇ, ਫਾਰਮੂਲਾਜ਼ ਨੇ, ਜੇ ਉਹਨਾਂ ਨੂੰ ਵਰਕਿੰਗ ਫਾਰਮ 'ਚ ਬੱਚਿਆਂ ਨੂੰ ਦਿਖਾਵਾਂਗੀ ਤਾਂ ਬੱਚੇ ਉਹਨੂੰ ਈਜ਼ੀਲੀ ਸਮਝਣਾ ਸ਼ੁਰੂ ਕਰ ਦੇਣਗੇ। ਤਾਂ ਮੈਨੂੰ ਲੱਗਦਾ ਆਈਡੀਆ ਮੈਨੂੰ ਉੱਥੋਂ ਹੀ ਸ਼ੁਰੂ ਹੋਇਆ ਤੇ ਵੱਧਦਾ ਅੱਗੇ ਵੱਧਦਾ ਗਿਆ। ਸਾਡੀ ਟ੍ਰੇਨਿੰਗਸ ਵੀ ਲੱਗਦੀਆਂ ਤੇ ਅੱਜ ਕੱਲ੍ਹ YouTube, Google, ਉਹਦੇ 'ਤੇ ਵੀ ਬਹੁਤ ਸਾਰੇ ਆਈਡੀਆਜ਼ ਆ ਜਾਂਦੇ ਹੈ। ਤੇ ਮੈਨੂੰ ਤਾਂ ਵੈਸੇ ਹੀ ਬਹੁਤ ਜ਼ਿਆਦਾ ਸ਼ੌਂਕ ਹੈ ਕਿ ਮੈਂ ਜਦੋਂ ਵੀ ਫ੍ਰੀ ਹੋਵਾਂ ਤਾਂ ਮੈਂ ਕੋਈ ਨਾ ਕੋਈ ਮੈਥਸ ਦੇ ਆਈਡੀਆਜ਼ ਹੀ ਸਰਚ ਕਰਦੀ ਰਹਿੰਦੀ ਹਾਂ ਕਿ ਮੈਂ ਇਸ ਤੋਂ ਹੋਰ ਨਵਾਂ ਕੀ ਬਣਾ ਸਕਦੀ ਹਾਂ ਜਾਂ ਕੀ ਨਵਾਂ ਸਿੱਖ ਸਕਦੀ ਹਾਂ। ਜੇ ਗੱਲ ਕਰਾਂ ਮੈਂ ਜਿਓਮੈਟਰੀ ਵਾਲੇ ਸਮਸ ਦੀ ਨਾ, ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਕਰਨਾ ਕਿਵੇਂ ਨਹੀਂ। ਬਹੁਤ ਸਾਰੇ ਬੱਚੇ ਹੁੰਦੇ ਕਿ ਉਸ ਚੀਜ਼ਾਂ ਨੂੰ ਛੱਡ ਹੀ ਦਿੰਦੇ ਆ। ਮੈਂ ਪਿੱਛੇ ਦੇਖ ਰਹੀ ਹਾਂ, ਕਿਊਬ ਪਿਆ, ਟ੍ਰਾਇੰਗਲ ਪਿਆ, ਸਭ ਕੁਝ ਹੈ। ਹਾਂਜੀ, ਬੱਚੇ ਨਾਰਮਲੀ ਕਨਫਿਊਜ਼ ਹੋ ਜਾਂਦੇ ਆ 2D ਜਾਂ 3D ਸ਼ੇਪਸ। ਜੇ ਅਸੀਂ ਬੱਚੇ ਨੂੰ ਨਾਰਮਲ ਇਹ ਵਾਲੀ ਚੀਜ਼ ਦਿਖਾਈਏ ਨਾ, ਤੇ 6th ਜਾਂ 7th ਕਲਾਸ 'ਚ ਵੀ ਤੁਸੀਂ ਬੱਚਿਆਂ ਨੂੰ ਪੁੱਛੋ ਕਿ ਇਹ ਕਿਹੜੀ ਸ਼ੇਪ ਹੈ ਤਾਂ ਬੱਚੇ ਨਾਰਮਲੀ ਕਹਿ ਦੇਣਗੇ ਟ੍ਰਾਇੰਗਲ। ਜੇ ਤੁਸੀਂ ਕਿਊਬ ਦਿਖਾ ਦੋਗੇ ਉਹਨਾਂ ਨੂੰ ਤੇ ਉਹ ਕਹਿ ਦੇਣਗੇ ਸਕੁਆਇਰ,
ਕਿਉਂਕਿ ਉਹਨਾਂ ਨੂੰ 2D ਤੇ 3D 'ਚ 2 ਡਾਇਮੈਂਸ਼ਨਲ ਤੇ 3 ਡਾਇਮੈਂਸ਼ਨ 'ਚ ਫਰਕ ਨਹੀਂ ਪਤਾ। ਹੁਣ ਇਹ ਹੈਗਾ ਕਿਊਬ ਤੇ ਇਹ ਹੈਗਾ ਸਕੁਅਰ। ਬੇਸਿਕਲੀ ਇਹ 2D ਹੈ ਤੇ ਇਹ 3D ਹੈ, ਤੇ ਇਹਦਾ ਕਨਸੈਪਟ ਐਕਸਪਲੇਨ ਕਰਨ ਵਾਸਤੇ ਮੈਂ ਇਹ ਵਾਲਾ ਮਾਡਲ ਬਣਾਇਆ ਤੇ ਬੱਚੇ ਨੂੰ ਸਮਝਾਇਆ ਕਿ ਜਦੋਂ ਮੈਂ ਉਹਨੂੰ ਪਲੇਨ ਸਰਫੇਸ ਤੇ ਰੱਖਤਾ ਤਾਂ ਇਹ 2D ਸ਼ੇਪ ਹੈ, ਇਹਨੂੰ ਮੈਂ ਇੱਥੇ ਪਲੇਨ ਸਰਫੇਸ ਤੇ ਰੱਖਿਆ ਤਾਂ ਇਹ 2D ਸ਼ੇਪ ਹੈ, ਤੇ ਇਹ ਵਾਲੀ ਸ਼ੇਪ ਇਸ ਪੁਆਇੰਟ ਤੋਂ 3 ਡਾਇਮੈਂਸ਼ਨਸ ਨਿਕਲ ਰਹੀਆਂ, ਇਹ ਵਾਲੇ ਪੁਆਇੰਟ ਤੋਂ 3 ਨਿਕਲ ਰਹੀਆਂ ਲਾਈਨਸ, 1 2 ਤੇ 3। ਇੱਕ ਹੈਗੀ ਉਹਦੀ ਲੈਂਥ, ਇੱਕ ਹੈਗੀ ਬ੍ਰੈਥ, ਇੱਕ ਹੈਗੀ ਹਾਈਟ। ਹੁਣ ਜਦੋਂ ਇਹ ਤਿੰਨੋਂ ਡਾਇਮੈਂਸ਼ਨਸ ਬਰਾਬਰ ਨੇ, ਇਹ ਵੀ 4 ਯੂਨਿਟਸ ਹੈ, ਇਹ ਵਾਲੀ ਵੀ 4 ਹੈ, ਤੇ ਉੱਪਰ ਜਿਹੜੀ ਜਾ ਰਹੀ ਹੈ ਉਹ ਵੀ 4 ਹੈ, ਤੇ ਕੀ ਬਣ ਗਿਆ ਕਿਊਬ। ਤੇ ਜਦੋਂ ਡਿਫਰੈਂਟ ਹੋਣਗੀਆਂ ਤਾਂ ਕੀ ਬਣੇਗਾ, ਕਿਊਬੋਇਡ ਬਣ ਜਾਏਗਾ। ਹੁਣ ਇਹ ਵਾਲਾ ਜਿਹੜਾ ਹੈ ਇਹ ਹੈਗਾ ਟ੍ਰਾਇੰਗੂਲਰ ਪਿਰਾਮਿਡ, ਬੇਸ ਇਹਦੀ ਕੀ ਹੈ ਟ੍ਰਾਇੰਗਲ, ਤੇ ਇਹ ਵਾਲਾ ਜਿੰਦੇ ਚ ਬੇਸ ਸਕੁਅਰ ਹੈ ਤੇ ਇਹਨੂੰ ਆਪਾਂ ਕਵਾਂਗੇ ਸਕੁਅਰ ਪਿਰਾਮਿਡ। ਇਹ ਦੋਨੋਂ ਪਿਰਾਮਿਡਸ ਨੇ। ਇਹ ਵਾਲੇ ਜਿਹੜੇ ਸਪੇਸ ਆਕਿਊਪਾਈ ਕਰ ਰਹੇ ਆ ਇਹ ਸਾਰੇ 3D ਸ਼ੇਪਸ ਨੇ, ਤੇ ਇਹ ਵਾਲੇ ਜਿਹੜੇ ਆਪਾਂ ਪਲੇਨ ਸਰਫੇਸ ਤੇ ਬਣਾ ਸਕਦੇ ਆ ਇਹ ਵਾਲੇ ਸਾਰੇ ਹੈਗੇ 2D ਸ਼ੇਪਸ। ਤਾਂ ਜਦੋਂ ਬੱਚਾ ਵਿਜ਼ੂਅਲਾਈਜ਼ ਕਰਦਾ ਹੈ ਤਾਂ ਉਹਨੂੰ ਫਰਕ ਸਮਝ ਆ ਜਾਂਦਾ ਹੈ ਕਿ ਇਹ ਟ੍ਰਾਇੰਗਲ ਹੈ ਤੇ ਇਹ ਪਿਰਾਮਿਡ ਹੈ, ਇਹ ਸਪੇਸ ਇਹ ਪਲੇਨ ਤੇ ਬਣਾਇਆ ਤੇ ਇਹ ਸਪੇਸ ਲੈ ਰਿਹਾ, ਤੇ ਇਹ 3D ਹੈ ਤੇ ਇਹ 2D ਹੈ। ਤਾਂ ਬੇਸਿਕਲੀ ਇਹ ਮੈਂ ਪ੍ਰੋਜੈਕਟ ਬਣਾਇਆ ਸੀ ਬੱਚਿਆਂ ਨੂੰ 2D ਤੇ 3D ਦਾ ਫਰਕ ਸਮਝਾਉਣ ਵਾਸਤੇ। ਜਿਵੇਂ ਤੁਹਾਡੇ ਸਕੂਲ 'ਚ ਟੀਚ ਕਰਦੇ ਹੋ ਤੁਸੀਂ, ਹੋਰ ਵੀ ਬਹੁਤ ਸਾਰੇ ਟੀਚਰਸ ਹੋਣਗੇ, ਸਭ ਦਾ ਕਨਸੈਪਟ ਇਹੀ ਹੈ ਮੈਥਸ ਕਰਾਉਣ ਦਾ ਜਾਂ ਡਿਫਰੈਂਟ? ਦੇਖੋ ਹਰ ਇੱਕ ਪਰਸਨੈਲਿਟੀ ਮੈਨੂੰ ਲੱਗਦਾ ਹੈ, ਚਾਹੇ ਉਹ ਟੀਚਿੰਗ ਜੌਬ 'ਚ ਹੈ, ਚਾਹੇ ਉਹ ਡਾਕਟਰ ਵੀ ਹੈ ਨਾ, ਤੁਸੀਂ ਇੱਕ ਡਾਕਟਰ ਕੋਲ ਜਾਓਗੇ ਤਾਂ ਉਹ ਦਵਾਈ ਲਿਖ ਕੇ ਦੇਗਾ, ਕੋਈ ਹੋਰ ਡਾਕਟਰ ਕੋਲ ਜਾਓਗੇ ਕੋਈ ਪ੍ਰਿਸਕ੍ਰਿਪਸ਼ਨ ਹੋਰ ਦੇ ਦੇਗਾ। ਤਾਂ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹਰ ਪਰਸਨੈਲਿਟੀ, ਹਰ ਟੀਚਰ ਵੀ ਯੂਨੀਕ ਹੈ। ਮੇਰੇ ਪੜ੍ਹਾਉਣ ਦਾ ਤਰੀਕਾ ਹੈ, ਹੋਰ ਟੀਚਰਸ ਦਾ ਮੇ ਵੀ ਇਸ ਤੋਂ ਹੋਰ ਵੀ ਵਧੀਆ ਹੋਵੇ, ਤਾਂ ਹਰ ਟੀਚਰ ਦਾ ਆਪਣਾ ਤਰੀਕਾ ਹੈ। ਅਸੀਂ ਕਿਸੇ ਵੀ 2 ਪਰਸਨਸ ਨੂੰ ਕੰਪੇਅਰ ਨਹੀਂ ਕਰ ਸਕਦੇ ਮੈਨੂੰ ਲੱਗਦਾ। ਜਿਵੇਂ ਤੁਸੀਂ ਕ੍ਰੀਏਟੀਵਿਟੀ ਕਰਨੀ ਸਟਾਰਟ ਕੀਤੀ, ਇਹ ਕਿੰਨੇ ਟਾਈਮ ਤੋਂ ਸ਼ੁਰੂ ਕੀਤੀ? ਇਹ ਜਦੋਂ ਦੀ ਮੈਂ ਜੌਬ ਜੁਆਇਨ ਕੀਤੀ 2011 'ਚ, ਉਦੋਂ ਦਾ ਹੀ, ਮਤਲਬ ਕਿ ਇਹ ਨਹੀਂ ਹੈ ਕਿ ਮੈਂ ਇੱਕ ਦਿਨ 'ਚ ਜਾਂ ਇੱਕ ਮਹੀਨੇ 'ਚ ਇਹ ਬਣਾ ਲਿਆ, ਮਤਲਬ ਕਿ ਫਰੋਮ ਦ ਟਾਈਮ ਆਈ ਐਮ ਇਨਟੂ ਦ ਜੌਬ, ਤਾਂ ਉਦੋਂ ਦੀ ਮੈਂ ਕਰ ਰਹੀ ਹਾਂ। ਕਦੇ ਕੁਝ ਬਣਾ ਲਿਆ, ਕਦੇ ਕੁਝ ਬਣਾ ਲਿਆ, ਜਦੋਂ ਵੀ ਫ੍ਰੀ ਟਾਈਮ ਹੈ ਤਾਂ ਆਈ ਇਨਵੈਸਟ ਮਾਈ ਟਾਈਮ ਇਨ ਦਿਸ, ਮੀਨਸ ਆਈ ਲਵ ਡੂਇੰਗ ਦਿਸ ਵਰਕ। ਮੈਨੂੰ ਇਹ ਕੰਮ ਕਰਨਾ ਬਹੁਤ ਪਸੰਦ ਹੈ। ਬੱਚਿਆਂ ਨੂੰ ਇੱਕ ਇਹੋ ਜਿਹੀ ਚੀਜ਼ ਦੇ ਰਹੇ ਹੋ ਕਿ ਉਹ ਸਾਰੀ ਜ਼ਿੰਦਗੀ ਤੁਹਾਨੂੰ ਯਾਦ ਰੱਖੇ। ਸ਼ੁਕਰੀਆ ਜੀ। ਤੁਹਾਡੇ ਪੜ੍ਹਾਏ ਹੋਏ ਬੱਚਿਆਂ ਨੇ ਵੀ ਕੋਈ ਇਹੋ ਜਿਹਾ ਪ੍ਰੋਜੈਕਟ ਬਣਾਇਆ ਹੋਵੇ ਹਾਂਜੀ, ਜਿੱਥੇ ਤੁਹਾਨੂੰ ਵੀ ਖੁਸ਼ੀ ਹੋਈ ਹੋਵੇ ਨਾ ਕਿ ਮੇਰੇ ਪੜ੍ਹਾਏ ਹੋਏ ਬੱਚੇ ਅੱਗੇ ਨਿਕਲ ਗਏ। ਹੁਣ ਜਿਵੇਂ ਮੈਂ ਆਪਣੀ ਗੱਲ ਕਰਾਂ, ਮੇਰੇ ਵੀ ਅਗਰ ਸਕੂਲ ਟੀਚਰਸ ਮੈਨੂੰ ਮਿਲਦੇ ਆ, ਉਹ ਬੜਾ ਦਾ ਕਿ ਤੂੰ ਬੋਲ ਤਾਂ ਲੈਂਦੀ ਸੀ ਪਰ ਮੈਨੂੰ ਪਤਾ, ਸਾਨੂੰ ਨਹੀਂ ਲੱਗਦਾ ਸੀ ਕਿ ਤੂੰ ਰਿਪੋਰਟਰ ਹੀ ਬਣ ਜਾਏਂਗੀ। ਹਾਂਜੀ ਬਿਲਕੁਲ। ਮੇਰੇ ਕਲਾਸ ਦੀ ਇੱਕ ਹਰਲੀਨ ਕੁੜੀ ਸੀ, ਉਹ ਹੁਣ ਮੈਰੀਟੋਰੀਅਸ ਸਕੂਲ 'ਚ ਉਹਨੇ ਐਡਮਿਸ਼ਨ ਲਈ ਹੈ +1 'ਚ, ਤੇ ਉਹ ਮੇਰੇ ਤੋਂ ਵੀ ਵਧੀਆ ਐਕਟੀਵਿਟੀਜ਼ ਬਣਾਉਂਦੀ ਹੈ। ਤੇ ਕਈ ਵਾਰੀ ਤਾਂ ਮੈਂ ਕਹਿੰਦੀ ਸੀ ਹਰਲੀਨ ਇਹ ਵਾਲੀ ਐਕਟੀਵਿਟੀ ਨਾ ਤੂੰ ਮੈਨੂੰ ਦੇ ਦੇ, ਬਹੁਤ ਸੋਹਣੀ ਹੈ। ਤੇ ਮੇਰੀ ਕਲਾਸ ਦਾ ਮੁੰਡਾ ਇੱਕ ਮਨਜਿੰਦਰ, ਤੇ ਉਹਨੇ ਮੈਨੂੰ ਬਰਥਡੇ ਤੇ ਇੱਕ ਕਲੌਕ ਬਣਾ ਕੇ ਗਿਫਟ ਕੀਤੀ। ਤੇ ਕਲੌਕ ਉਹਨੇ ਕਿੱਦਾਂ ਬਣਾਈ ਸੀ, ਉਹਦੀ ਮੰਮਾ ਜਿੱਦਾਂ ਆਪਾਂ ਓਲਡ ਲੇਡੀਜ਼ ਪੱਖੀ ਬਣਾਉਂਦੇ ਆ, ਤੇ ਉਹਨੇ ਪੱਖੀ ਦੇ ਵਿੱਚ ਉਹ ਨੰਬਰਸ ਫਿੱਟ ਕਰਕੇ ਨੀਡਲਸ ਲਗਾ ਕੇ ਪਿੱਛੇ ਮਸ਼ੀਨ ਬਣਾਈ। ਮੈਂ ਕਿਹਾ ਤੂੰ ਮਨਜਿੰਦਰ ਮੈਨੂੰ ਬਰਥਡੇ ਤੇ ਘੜੀ ਗਿਫਟ ਕਰ ਰਿਹਾ ਪੱਖੀ ਦੇ? ਕਹਿੰਦੇ ਮੈਨੂੰ ਮੈਥਸ ਨਾਲ ਪਿਆਰ ਹੀ ਇੰਨਾ, ਤੁਹਾਨੂੰ ਵੀ ਮੈਥਸ ਨਾਲ ਪਿਆਰ ਇੰਨਾ। ਮੈਂ ਕਿਹਾ ਮੈਮ ਨੂੰ ਮੈਥਸ ਦਾ ਹੀ ਗਿਫਟ ਦੇਣਾ, ਤਾਂ ਉਹਨੇ ਮੈਨੂੰ ਕਲੌਕ ਗਿਫਟ ਕੀਤੀ। ਬੱਚਿਆਂ ਨੂੰ ਵੀ ਹੁਣ ਤੁਹਾਡੇ ਮਨ ਦੀ ਗੱਲ ਪਤਾ ਲੱਗੀ ਕਿ ਮੈਮ ਐਕਚੁਅਲੀ ਮੈਥਸ ਨੂੰ ਬਹੁਤ ਲਵ ਕਰਦੇ ਆ। ਸੀਰੀਅਸਲੀ ਬੱਚੇ ਬਹੁਤ ਜ਼ਿਆਦਾ, ਮਤਲਬ ਕਿ ਮੇਰੀ ਜਿਹੜੀ 10th ਇਹ ਵਾਲੀ ਪਾਸ ਆਊਟ ਹੋਈ ਸੀ, ਹੁਣ ਮੇਰੇ ਕੋਲ ਨਵੀਂ 6th ਸਟੈਂਡਰਡ ਆਈ ਹੈ, ਪਰ ਜਿਹੜੀ ਮੇਰੀ ਪਾਸ ਆਊਟ 10 ਸੀ ਉਹਨਾਂ 5th ਸਟੈਂਡਰਡ ਤੋਂ ਸੀਗੀ, ਮਤਲਬ ਕਿ 6 ਸਾਲ ਕੰਟੀਨਿਊਸਲੀ ਉਹ ਮੇਰੇ ਕੋਲ ਕਲਾਸ ਲਈ। ਤੇ ਹੁਣ ਕੋਈ ਬੱਚਾ ਜਿੱਦਾਂ ਅਬਰੋਡ ਚਲਾ ਗਿਆ ਜਾਂ ਕੋਈ ਮੈਰੀਟੋਰੀਅਸ ਸਕੂਲ 'ਚ ਚਲਾ ਗਿਆ, ਵਧੀਆ ਜਗ੍ਹਾ ਸੈਟਲ ਹੋ ਗਏ, ਕੋਈ ਆਪਣੇ ਸਕੂਲ 'ਚ ਹੀ +1 ਕੰਟੀਨਿਊ ਕਰ ਰਿਹਾ, ਤੇ ਬੱਚਿਆਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਮੈਨੂੰ। ਜੀ ਤੁਸੀਂ ਆਫਟਰ 10th ਵੀ ਬੱਚਿਆਂ ਨੂੰ ਟੀਚ ਕਰਦੇ ਹੋ? ਹਾਇਰ ਸਟੱਡੀ? ਹਾਂਜੀ, ਵੈਸੇ ਮੈਂ ਆਈ ਐਮ MSc ਮੈਥਮੈਟਿਕਸ, ਤੇ ਮੈਨੂੰ MSc ਤੱਕ ਦਾ ਮੈਥਸ ਆਉਂਦਾ ਹੈ, ਪਰ ਜਿਹੜੇ ਮੇਰੀ ਪੋਸਟਿੰਗ ਹੈ ਗਵਰਨਮੈਂਟ ਸਕੂਲਸ ਉਹ ਫਰੋਮ 1st to 10th ਹੈ। ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਹਲੇ ਵੀ ਮੈਥਸ ਟਫ ਲੱਗਦਾ ਹੈ? ਮੈਂ ਸਿਰਫ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਕਦੇ ਵੀ ਮੈਥਸ ਨੂੰ ਰੱਟਾ ਮਾਰ ਕੇ ਨਹੀਂ ਕਰਨਾ। ਜਦੋਂ ਅਸੀਂ ਮੈਥਸ ਨੂੰ ਰੱਟਾ ਮਾਰ ਕੇ ਕਰਾਂਗੇ ਜਾਂ ਅਸੀਂ ਸੋਚਾਂਗੇ ਕਿ ਅਸੀਂ ਪੇਪਰ ਤੋਂ ਪਹਿਲੇ ਇੱਕ ਦਿਨ ਪਹਿਲੇ ਸਮਸ ਨੂੰ ਯਾਦ ਕਰਕੇ ਚਲੇ ਜਾਵਾਂਗੇ, ਉਹ ਫਿਰ ਸਾਡੇ ਕਨਸੈਪਟ ਕਲੈਰਿਟੀ ਨਹੀਂ ਹੋਏਗੀ। ਹਮੇਸ਼ਾ ਜਿਹੜਾ ਵੀ ਫਾਰਮੂਲਾ ਜਾਂ ਕੋਈ ਵੀ ਪ੍ਰੋਪਰਟੀ ਮੈਥਸ ਦੀ ਕਰਨੀ ਹੈ, ਉਹਨੂੰ ਸਮਝਣਾ ਹੈ ਉਹਦੇ ਪਿੱਛੇ ਲੌਜਿਕ ਕੀ ਹੈ, ਉਹ ਬਣੀ ਕਿੱਦਾਂ। ਜਦੋਂ ਅਸੀਂ ਇੱਕ ਵਾਰੀ ਉਹ ਫਾਰਮੂਲਾ ਜਾਂ ਉਹਦਾ ਲੌਜਿਕ ਸਮਝ ਲਿਆ ਤਾਂ ਉਹਨੂੰ ਕਦੇ ਵੀ ਨਹੀਂ ਭੁੱਲਾਂਗੇ।
ਤੇ ਸੈਕੰਡਲੀ ਜਦੋਂ ਵੀ ਮੈਥਸ ਦਾ ਐਗਜ਼ਾਮ ਹੋਵੇ ਜਾਂ ਕੋਈ ਕਲਾਸ ਟੈਸਟ ਹੋਵੇ, ਮੈਥਸ ਨੂੰ ਕਦੇ ਵੀ ਲਰਨ ਕਰਕੇ ਜਾਂ ਪੜ੍ਹ ਕੇ ਨਹੀਂ ਜਾਣਾ। ਤੁਸੀਂ ਆਪਣੀ ਸੋਲੂਸ਼ਨਸ ਕਾਪੀ 'ਚ ਲਿਖੇ ਹੋਏ ਆ ਤਾਂ ਅਸੀਂ ਕਹਿੰਦੇ ਅਸੀਂ ਪੜ੍ਹ ਕੇ ਚਲੇ ਜਾਵਾਂਗੇ, ਪਰ ਉੱਥੇ ਜੇ ਰਕਮ ਡਿਫਰੈਂਟ ਆ ਜਾਂਦੀ ਹੈ ਤੇ ਕੈਲਕੂਲੇਸ਼ਨ ਡਿਫਰੈਂਟ ਹੋ ਜਾਂਦੀ ਹੈ। ਤੇ ਮੈਥਸ ਦੀ ਸਾਨੂੰ ਰਿਟਨ ਪ੍ਰੈਕਟਿਸ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਉਹਦੇ 'ਚ ਕੈਲਕੂਲੇਟਿਵ ਪਾਰਟ ਹੈ। ਅਸੀਂ ਡਿਵੀਜ਼ਨ ਕਰਨੀ ਹੈ, ਬੇਸਿਕ 4 ਆਪਰੇਸ਼ਨਸ ਹਰ ਬੱਚੇ ਦੇ ਬਹੁਤ ਸਟਰੋਂਗ ਹੋਣੇ ਚਾਹੀਦੇ ਹੈ। ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਤੇ ਡਿਵੀਜ਼ਨ। ਜੇ ਬੇਸਿਕ ਤੁਹਾਡੇ ਬੱਚੇ ਦੇ 4 ਆਪਰੇਸ਼ਨਸ ਕਲੀਅਰ ਨੇ ਤੇ ਉਹਦਾ ਕੈਲਕੂਲੇਟਿਵ ਪਾਰਟ ਵੀਕ ਨਹੀਂ ਹੋਗਾ। ਤੇ ਹਮੇਸ਼ਾ ਮੈਥਸ ਦੇ ਪੇਪਰ 'ਚ ਰਿਟਨ ਪ੍ਰੈਕਟਿਸ ਕਰਕੇ ਜਾਣੀ ਹੈ, ਉਹਨੂੰ ਪੜ੍ਹ ਕੇ ਨਹੀਂ ਜਾਣਾ, ਲਿਖ ਕੇ ਪ੍ਰੈਕਟਿਸ ਕਰਕੇ ਜਾਣੀ ਹੈ। ਜੀ ਮੈਮ, ਜੇਕਰ ਮੈਂ ਗੱਲ ਕਰਾਂ, ਤੁਸੀਂ YouTube ਤੇ ਵੀ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਹੈ ਹੈਲਪ ਕਰਦੇ ਹੋ, ਈਜ਼ੀ ਵੇ ਲੈ ਕੇ ਆਏ ਹੋ, ਤੇ YouTube ਬਾਰੇ ਵੀ ਸਾਡੇ ਵਿਊਅਰਸ ਨੂੰ ਜਾਣਕਾਰੀ ਦਿਓ ਕਿ ਅਗਰ ਉਹਨਾਂ ਦੀ ਵੀ ਕੋਈ ਕੁਐਰੀ ਹੋਵੇ ਤਾਂ ਤੁਹਾਡੇ ਤੋਂ ਈਜ਼ੀਲੀ ਉਹ ਫਾਈਂਡ ਕਰ ਸਕਣ। ਬਿਲਕੁਲ, ਇਹ ਮੈਂ ਜਿੰਨੀਆਂ ਵੀ ਐਕਟੀਵਿਟੀਜ਼ ਬਣਾਈਆਂ ਤਾਂ ਮੇਰਾ YouTube ਚੈਨਲ ਹੈ ਬਾय द नेम ऑफ द मैजिक ऑफ मैथ बाय रूमानी। ਤੇ ਉਹਦੇ 'ਚ ਮੈਂ ਅਲੱਗ-ਅਲੱਗ ਕਲਾਸਿਸ ਦੀ ਐਕਟੀਵਿਟੀਜ਼ ਫਰਮ 1st to 10th ਪੋਸਟ ਕਰਦੀ ਹਾਂ। ਕਦੇ ਕੋਈ ਸ਼ਾਰਟ ਵੀਡੀਓਜ਼ ਜਿੱਦਾਂ ਸ਼ਾਰਟਸ ਹੁੰਦੇ ਆ ਉਹ ਵੀ ਪੋਸਟ ਕਰਦੀ ਹਾਂ। ਤਾਂ ਪਲੀਜ਼ ਗੋ ਥਰੂ ਦੈਟ ਚੈਨਲ। ਜੇ ਤੁਹਾਨੂੰ ਕੋਈ ਵੀ ਕਿਸੇ ਟੌਪਿਕ ਦੇ ਨਾਲ ਰਿਲੇਟਡ ਕੋਈ ਵੀ ਹੈਲਪ ਚਾਹੀਦੀ ਹੈ ਜਾਂ ਕੋਈ ਵੀ ਐਕਟੀਵਿਟੀ ਚਾਹੀਦੀ ਹੈ, ਦੈਨ ਯੂ ਕੈਨ ਮੈਸੇਜ ਮੀ। ਤੁਸੀਂ ਕਮੈਂਟ ਸੈਕਸ਼ਨ 'ਚ ਜਾ ਕੇ ਉਹ ਮੈਸੇਜ ਕਰ ਸਕਦੇ ਹੋ ਜਾਂ ਯੂ ਕੈਨ ਡਰੋਪ ਯੂਰ ਨੰਬਰ, ਆਈ ਵਿਲ ਡੈਫੀਨੇਟਲੀ ਕਾਲ ਯੂ ਬੈਕ। ਹਾਂਜੀ ਮੈਮ, ਜੇਕਰ ਗੱਲ ਕੀਤੀ ਜਾਵੇ ਫੈਮਿਲੀ ਦੀ, ਫੈਮਿਲੀ ਨੂੰ ਵੀ ਤੁਸੀਂ ਕਿੰਨਾ ਕੁ ਟਾਈਮ ਦਿੰਦੇ ਹੋ? ਹਾਂਜੀ, ਮੇਰੇ 2 ਬੇਟੇ ਹੈ ਤੇ ਮੈਨੂੰ ਲੱਗਦਾ ਕਿ ਜੌਬ ਥੋੜ੍ਹੀ ਮੇਰੀ ਐਜ਼ ਅ ਟੀਚਿੰਗ ਜੌਬ ਥੋੜ੍ਹਾ ਕਨਵੀਨੀਅੰਟ ਹੈ। ਵੀ ਆਰ ਬੈਕ ਬਾय 1 o'clock ਤੇ ਬੱਚੇ ਵੀ ਮੈਨੇਜ ਹੋ ਜਾਂਦੇ ਈਜ਼ਲੀ। ਬਾਕੀ ਆਈ ਲਿਵ ਇਨ ਅ ਜੁਆਇੰਟ ਫੈਮਿਲੀ ਤੇ ਮੇਰੀ ਮਦਰ ਇਨ ਲਾਅ ਤੇ ਫਾਦਰ ਇਨ ਲਾਅ, ਹਸਬੈਂਡ ਬਹੁਤ ਸਪੋਰਟਿਵ ਨੇ। ਤੇ ਜਦੋਂ ਮੈਂ ਜੌਬ ਜੁਆਇਨ ਕੀਤੀ ਸੀ ਮੇਰਾ ਬੇਟਾ ਬਹੁਤ ਛੋਟਾ ਸੀ, ਹੀ ਵਾਸ ਜਸਟ 3 months। ਤਾਂ ਮੇਰੇ ਮਦਰ ਇਨ ਲਾਅ ਨੇ ਪਿੱਛੋਂ ਟੇਕ ਕੇਅਰ ਕੀਤੀ। ਤਾਂ ਇੰਨਾ ਮੇਰਾ ਯੂਜ਼ ਟੂ ਨਹੀਂ ਹੈ ਜਿੰਨਾ ਉਹ ਮੰਮਾ ਦੇ ਕੋਲ ਰਹਿੰਦਾ ਹੈ। ਕਹਿੰਦੇ ਨਾ, ਅਗਰ ਫੈਮਿਲੀ ਸਪੋਰਟਿਵ ਹੋਵੇ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਬਿਲਕੁਲ, ਇਹ ਗੱਲ ਤਾਂ ਮੇਰੇ ਤੇ ਬਹੁਤ ਜ਼ਿਆਦਾ ਲਾਗੂ ਹੁੰਦੀ ਹੈ। ਇਸ ਕਰਕੇ ਮੈਂ ਮਦਰ ਇਨ ਲਾਅ ਨਹੀਂ ਕਹਿੰਦੀ ਉਹਨਾਂ ਨੂੰ, ਮਦਰ ਇਨ ਲਵ ਕਹਿੰਦੀ ਹਾਂ, ਕਿਉਂਕਿ ਸਾਡਾ ਬਹੁਤ ਹੀ ਪਿਆਰ ਹੈ ਤੇ ਬੜੀ ਅਸੀਂ ਗੱਲਾਂ ਸ਼ੇਅਰ ਵੀ ਕਰਦੇ ਹਾਂ ਤੇ ਬਹੁਤ ਸਪੋਰਟ ਹੈ ਮੈਨੂੰ ਆਪਣੇ ਇਨ ਲਾਅਸ ਫੈਮਿਲੀ ਦੀ। ਜੀ ਮੈਮ, ਜੇਕਰ ਗੱਲ ਕੀਤੀ ਜਾਵੇ ਅਚੀਵਮੈਂਟਸ ਦੀ, ਤੁਹਾਡੀ ਰੀਸੈਂਟਲੀ ਇੱਕ ਅਚੀਵਮੈਂਟ ਸੀ, ਉਹਦੇ ਬਾਰੇ ਵੀ ਸਾਨੂੰ ਦੱਸੋ। ਹਾਂਜੀ, ਮੈਨੂੰ ਰੀਸੈਂਟਲੀ 2022 ਵਿੱਚ ਸਟੇਟ ਅਵਾਰਡ ਮਿਲਿਆ ਆਪਣੇ ਪੰਜਾਬ ਦੇ ਸੀਐਮ ਮਿਸਟਰ ਭਗਵੰਤ ਮਾਨ ਜੀ ਤੇ ਐਜੂਕੇਸ਼ਨ ਮਿਨਿਸਟਰ ਸ਼੍ਰੀ ਹਰਜੋਤ ਸਿੰਘ ਬੈਂਸ ਵੱਲੋਂ। ਤੇ ਇਹ ਅਵਾਰਡ ਮਿਲਿਆ ਸੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ 'ਚ। ਤੇ ਮੈਨੂੰ ਲੱਗਦਾ ਕਿ ਹਾਲੇ ਤੱਕ ਦੀ ਮੇਰੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਟੀਚਰਸ ਡੇ ਦੇ ਮੌਕੇ ਦੇ ਉੱਤੇ 5 ਸਤੰਬਰ ਨੂੰ ਇੱਕ ਟੀਚਰ ਨੂੰ ਸਟੇਟ ਦੇ ਜਿਹੜਾ ਸੀਐਮ ਹੈ ਉਹਦੇ ਵੱਲੋਂ ਅਵਾਰਡ ਮਿਲ ਰਿਹਾ। ਸੋ ਦੈਟ ਇਜ਼ ਮਾਈ ਬਿਗੇਸਟ ਅਚੀਵਮੈਂਟ। ਜਦੋਂ ਤੁਸੀਂ ਇਹ ਅਚੀਵਮੈਂਟ ਲੈ ਕੇ ਘਰੇ ਆਏ ਤਾਂ ਫੈਮਿਲੀ ਉਦੋਂ ਕਿਵੇਂ ਫੀਲ ਕਰ ਰਹੀ ਸੀ? ਬਹੁਤ ਵਧੀਆ। ਐਕਚੁਅਲੀ ਜਦੋਂ ਮੈਨੂੰ ਅਵਾਰਡ ਮਿਲਿਆ ਤਾਂ ਬਾਏ ਕੋਇਨਸੀਡੈਂਟਲੀ ਮੇਰੇ ਹਸਬੈਂਡ ਵੀ ਇੱਥੇ ਨਹੀਂ ਸੀ ਤੇ ਮਦਰ ਇਨ ਲਾਅ, ਫਾਦਰ ਇਨ ਲਾਅ ਉਹ ਵੀ ਨਹੀਂ ਸੀਗੇ, ਉਹ ਕਿਸੇ ਵੈਡਿੰਗ ਤੇ ਗਏ ਹੋਏ ਸੀ ਆਊਟ ਆਫ ਸਟੇਸ਼ਨ। ਤੇ ਜਦੋਂ ਮੈਂ ਆਈ ਤਾਂ ਬਹੁਤ ਹੀ ਵਧੀਆ ਮਾਹੌਲ ਸੀ, ਸਾਰੇ ਬਹੁਤ ਖੁਸ਼ ਸੀ ਤੇ ਬਹੁਤ ਅੱਛਾ ਫੀਲ ਹੋਇਆ ਮੈਨੂੰ। ਥੈਂਕ ਯੂ ਮੈਮ। ਇਹ ਸੀ ਰੂਮਾਨੀ ਮੈਮ, ਜਿਨ੍ਹਾਂ ਨੇ ਬਹੁਤ ਹੀ ਈਜ਼ੀ ਵੇ ਨਾਲ ਬੱਚਿਆਂ ਦੀ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਹੈ ਜਿਹੜਾ ਸੋਲਵ ਕਰ ਦਿੱਤਾ ਹੈ। ਹੁਣ ਬੱਚਿਆਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਤੇ ਪੈਰੈਂਟਸ ਨੂੰ ਵੀ ਇਹਨਾਂ ਨੇ ਆਪਣਾ YouTube ਚੈਨਲ ਦਾ ਨੇਮ ਵੀ ਸਾਨੂੰ ਦੱਸਿਆ। ਅਗਰ ਕੋਈ ਵੀ ਕੁਐਰੀ ਹੈ ਤੁਸੀਂ ਬਿਨਾਂ ਝਿਜਕ ਤੋਂ ਇਹਨਾਂ ਨੂੰ ਮੈਸੇਜ ਕਰੋ। ਕਹਿੰਦੇ ਆ ਗੁਰੂ ਹੀ ਸਭ ਤੋਂ ਵੱਡੀ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹਦੇ ਤੋਂ ਬੱਚੇ ਨੂੰ ਘਬਰਾਉਣਾ ਨਹੀਂ ਚਾਹੀਦਾ, ਈਜ਼ੀਲੀ ਆਪਣੀ ਹਰ ਇੱਕ ਗੱਲ ਉਹਨਾਂ ਦੇ ਅੱਗੇ ਰੱਖਣੀ ਚਾਹੀਦੀ ਹੈ, ਕਿਉਂਕਿ ਇੱਕ ਪੈਰੈਂਟਸ ਤੋਂ ਬਾਅਦ ਜਿਹੜਾ ਗੁਰੂ ਹੁੰਦਾ ਉਹੀ ਸਾਨੂੰ ਵਧੀਆ ਨੌਲੇਜ ਦਿੰਦਾ ਹੈ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ। ਇਸੇ ਤਰ੍ਹਾਂ ਦੀ ਅਪਡੇਟਸ ਜੁੜੇ ਰਹੋ ਰਿਆਸਤ ਨਿਊਜ਼ ਦੇ ਨਾਲ। ਕੈਮਰਾਮੈਨ ਦਿਲਰਾਜ ਦੇ ਨਾਲ ਮੁਸਕਾਨ ਦੀ ਰਿਪੋਰਟ, ਰਿਆਸਤ ਨਿਊਜ਼ ਲੁਧਿਆਣਾ।